चक्र चिन्ह अर वरण जात, हर पात निहिन जह, रूप रंग हर रेख पीख, को कह न सकत के। चल मूरत अनपौ प्रकाश, अमित तोर कह जय, कोटि इंद्रियंद्रान, साहे साहान गिन जय। त्रिपुण महीप सुर नर असुर, नेत नेत बन तिरन कहत, सर्वनाम कथा कवन, कर्म नाम वर्णत सुमत। अस कृपान खंडो खड़ग, तब कतवर अरती, सब सुरोही सहती, जह हमारा पीर। तीर तुही सती तुही चवर तरवार, नाम तिहारो जो जपै, पै सिंध पार। काल तुही काली तुही तेगी आरती, तुही निशानी जीत की, आज तुही जगबीर। खड्ग केत मैं शरण तिहारी, आप हास दय लिहु आई, सर्व ठौर मोह सहाई, दुष्ट दोख ते लियो बचाई। नमस्कार श्री खड्ग को, करो स्मित चित लाय, पूर्ण करो ग्रंथे, तुम करो सहाय। मूक उचरै शास्त्र खट, पिंग गिरन चढ़ जाय, अंध लखै बदरो सुनै, जो काल कृपा कराय। कहाँ बुद्ध प्रवतुष्य हमारी, बर न सकै महिमा जो तिहारी। हम न सकत कारो सिफत तुम्हारी, आप लिखो तुम कथा सुधारी। हम न सकत कारो सिफत तुम्हारी, आप लिखो तुम कथा सुधारी। वाहे गुरु साहिब जियो चौपई, सुमत सैन निरपत सुनाबर, द्वितीय दिवाकर किदो किरण धर, समरमती रानी गृह ताके, सुरी आसुरी सामनेह जाके। चौपई सुमत सैन एक निरपत सुनाबर, वाहिगुरु जी का खालसा, वाहिगुरु जी की फतेह। परम सत्कारयोग
ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਸੁੰਦਰ ਦੀਵਾਨ ਸਜ ਰਿਹਾ ਹੈ। ਜੁਗੋ ਜੁਗ ਅਟਲ ਚਬਰ ਸਤਰ ਤਖ ਦੇ ਮਾਲਕ ਪ੍ਰਤੱਖ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਗੁਰੂ ਨਾਨਕ ਸਾਹਿਬ ਦੀ ਜਪ ਬਾਣੀ ਦਾ ਜਾਪ ਪਾਠ ਗ੍ਰੰਥੀ ਸਾਹਿਬਾਨ ਦੀ ਰਸਨਾ ਰਾਹੀਂ ਹੋਇਆ ਹੈ। ਆਪਾਂ ਸੰਗਤ ਰੂਪ ਵਿੱਚ ਜੁੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ, ਜਿਸ ਬਾਣੀ ਦੁਆਰਾ ਆਪ ਜੀ ਨੇ ਗ੍ਰੰਥ ਦੇ ਵਿੱਚੋਂ ਸ਼ਰਕੌਟ ਦੇ ਪ੍ਰਸੰਗ ਲੱਥਿਆਂ ਕਰਕੇ ਬਿਆਨ ਕੀਤੇ। ਉਹ 265 ਪ੍ਰਸੰਗ ਆਪਾਂ ਕੱਲ ਪੜ੍ਹ ਕੇ ਪੂਰੀਆਂ ਕਰ ਲਏ ਸੀ। ਅਗਲਾ ਜਿਹੜਾ ਪ੍ਰਸੰਗ ਹੈ ਉਹ ਪ੍ਰਾਰੰਭ ਕਰ ਰਹੇ ਹਾਂ। ਇਹ ਵੀ ਸ਼ਰਕੌਟ ਦਾ ਪ੍ਰਸੰਗ ਇੱਕ ਰਾਜੇ ਦੇ ਨਾਲ ਹੀ ਹੈ। ਇਸ ਰਾਏ ਰਾਜੇ ਦੇ ਘਰ ਦੇ ਵਿੱਚ ਹੋਇਆ ਇਹ ਸ਼ਰਕੌਟ। ਇੱਕ ਜਿਹੜਾ ਮਹਾਨ ਵਿਦਵਾਨ ਬ੍ਰਾਹਮਣ ਹੈ, ਉਹਦੇ ਨਾਲ ਜਿਵੇਂ ਵਿਚਾਰ ਵਟਾਂਦਰਾ ਰਾਜੇ ਦੀ ਲੜਕੀ ਦਾ ਵਿਦਵਾਨ ਦਾ ਹੋਇਆ। ਉਹ ਬੜੇ ਗੁਰੂ ਕਲਗੀਧਰ ਜੀ ਨੇ ਸੋਹਣੇ ਢੰਗ ਨਾਲ ਉਹਨੂੰ ਖੋਲ ਕੇ ਬਿਆਨ ਕੀਤਾ, ਕਿਉਂਕਿ ਜੋ ਕੁਛ ਉਹ ਰਾਜੇ ਦੀ ਵਿਦਵਾਨ ਲੜਕੀ ਨੇ ਇਹ ਬ੍ਰਾਹਮਣ ਨੂੰ ਕੁਝ ਕਿਹਾ, ਉਹ ਸਾਰਾ ਗੁਰਬਾਣੀ ਦੇ ਸਿਧਾਂਤ ਅਨੁਸਾਰ ਹੈ, ਗੁਰਮਤਿ ਅਨੁਸਾਰ ਹੀ ਹੈ। ਉਹ ਜਿਵੇਂ ਵੀ ਇਹ ਪ੍ਰਸੰਗੋਂ ਦਾ ਆਪਾਂ ਸੁਣੀਏ ਜੀ। ਸੁਮਤ ਸੈਨ ਇੱਕ ਨਿਰਪਤ ਸੁਨਾਂਬਰ। ਵਜ਼ੀਰ ਚਿੱਤਰ ਸਿੰਘ ਰਾਜੇ ਨੂੰ ਕਹਿੰਦਾ ਹੈ ਵੀ ਇੱਕ ਸੁਮਤ ਸੈਨ ਨਾਮ ਦਾ ਰਾਜਾ ਸੁਣਿਆ ਮੈਂ, ਜੋ ਬੜਾ ਬਰ ਸੀ, ਚੰਗਾ ਸੀ, ਸ਼੍ਰੇਸ਼ਟ ਹੈ ਸੀ। ਦੁਤੀਏ ਦਿਵਾਕਰ ਕਿਦੋ ਕਿਰਨ ਧਰ। ਜਾਂ ਕਹਿੰਦੇ ਦੂਜਾ ਦਿਕਾਪਰ ਸੀ, ਦੂਜਾ ਸੂਰਜ ਹੀ ਸੀ, ਯਾਨੀ ਸਮਤ ਸੈਨੀ ਜਿਹੜਾ ਸੂਰਜ ਦੇਵਤਾ, ਉਹੀ ਸਮਤ ਸੈਨ ਰਾਜਾ ਬਣ ਕੇ ਆਇਆ ਸੀ। ਕਿਦੋਂ ਅਥਵਾ ਕਿਰਨ ਧਰ, ਜਿਹੜੀਆਂ ਸ਼ੀਤਲ ਕਿਰਨਾਂ ਨੂੰ ਧਾਰਨ ਵਾਲਾ, ਰੱਖਣ ਵਾਲਾ, ਉਹ ਕੌਣ ਹੈ? ਕਿਰਨਾਂ ਚੰਦਰਮਾ, ਕਿਉਂਕਿ ਦਿਵਾਕਰ ਆ ਗਿਆ ਹੈ। ਹੁਣ ਇਹਨਾਂ ਕਿਰਨਾਂ ਨੂੰ ਧਾਰਨ ਵਾਲਾ ਸੂਰਜ ਵੀ ਹੈ। ਇਹ ਸ਼ੇਤਨ ਦਿਵਾਕਰਦਾਰ ਸੀ, ਹੁਣ ਇੱਥੇ ਸੂਰਜ ਹੈ। ਤੇ ਜਿਵੇਂ ਜਿੱਥੇ ਉਹ ਦਿਨ ਰਾਤ ਤੇ ਅੰਦਰ ਸ਼ਬਦ ਆ ਜਾਏ, ਉਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਨੰਦਾਰ ਫਿਰ ਉੱਥੇ ਇੱਕ ਰਸ ਕੀਤਾ ਜਾਂਦਾ ਹੈ, ਜਿਹਨੇ ਦਿਨੇ ਰਾਤ ਇੱਕ ਸਾਰ ਲਗਾਤਾਰ। ਇਵੇਂ ਹੁਣ ਇੱਥੇ ਦਿਵਾਕਰ ਤੇ ਕਿਰਨ ਧਰ ਆ ਗਿਆ ਹੈ। ਹੁਣ ਪਹਿਲੇ ਦਾ ਅਰਥ ਦਿਵਾਕਰ ਸੂਰਜ ਹੀ ਹੈ, ਦੂਜੇ ਕਿਰਨ ਧਰ ਦਾ ਅਰਥ ਹੈ ਚੰਦਰਮਾ। ਇਸ ਤਰ੍ਹਾਂ ਇੱਥੇ ਕਹਿੰਦੇ ਹੋ ਜਾਂ ਦੂਜਾ ਸੂਰਜ ਸੀ ਜਾਂ ਪੂਰਨਵਾਸੀ ਦਾ ਦੂਜਾ ਚੰਦਰਮਾ ਹੀ ਸੀ ਉਹ ਰਾਜਾ। ਸਮਰਮਤੀ ਰਾਣੀ ਗ੍ਰਹਿ ਤਾਕੇ। ਉਸ ਸਮਰਥ ਸੈਨ ਰਾਜੇ ਦੇ ਘਰ ਦੇ ਵਿੱਚ, ਮਹਿਲਾਂ ਦੇ ਵਿੱਚ ਇੱਕ ਰਾਣੀ ਸੀ, ਜਿਸਦਾ ਨਾਮ ਸਮਰਮਤੀ ਕਰਕੇ ਸੀ। ਸੁਰੀ ਆਸੁਰੀ ਸਾਹਮਣੇ ਜਾ ਕੇ। ਇਹੋ ਜਿਹਾ ਰਾਜਾ ਮਹਾਨ ਸੀ, ਸੋਹਣਾ ਸੁਨੱਖਾ, ਉਹ ਜੀ ਉਹਦੀ ਰਾਣੀ ਸੀ ਸਮਰਮਤੀ। ਉਹਦੇ ਵਰਗੀ ਕੋਈ ਦੇਵਤਣੀ ਜਾਂ ਦੇਵਤਣੀ ਨਹੀਂ ਹੋ ਸਕਦੀ ਹੈ। ਸ੍ਰੀ ਰਨ ਖੰਭ ਕਲਾ ਦੋਹਤਾ ਤੇ। ਉਹ ਜਿਹੜੀ ਸਮਰਮਤੀ ਰਾਣੀ ਹੈ, ਉਹਦੀ ਇੱਕ ਲੜਕੀ ਹੈ ਸੀ, ਜਿਹਦਾ ਨਾਮ ਸਵਾਏ ਮਰ ਰਨ ਖੰਭ ਕਲਾ ਕਰਕੇ ਰੱਖਿਆ ਹੋਇਆ ਸੀ। ਜੀਤ ਲਈ ਸਸ ਅੰਸ਼ ਕਲਾ ਜਿਹੇ। ਇਹਨੇ ਚੰਦਰਮਾ ਦੀਆਂ 16 ਕਲਾ ਕਿਤੇ ਜਿੱਤ ਲਈਆਂ, ਜਾਣੀ ਉਹ 16 ਕਲਾ ਨਾਲੋਂ ਜ਼ਿਆਦਾ ਉਹ ਸੀ।
ਬਿਰਖ ਭਾਨ ਜਿਹ ਪ੍ਰਭਾ ਰਹਿਤ ਦਬ। ਜਿਹਦੀ ਸ਼ਵਾ ਪ੍ਰਭਾ ਨੂੰ ਦੇਖ ਕੇ ਜਿਹੜਾ ਭਾਨ ਸੂਰਜ ਹੈ ਉਹ ਵੀ ਕਹਿੰਦੇ ਦਬ ਰਹਿੰਦਾ ਸੀ, ਦਬਾ ਜਾ ਮੰਦਾ ਸੀ। ਸੂਰੀ ਆਸੁਰਨ ਕੀ ਨਹਿ ਸਮ ਸ਼ਬ। ਦੇਵਤਿਆਂ ਦੀ ਕੋਈ ਦੇਵੀ, ਦੈਂਤਾਂ ਦੀ ਦੈਂਤਣੀ, ਕਹਿੰਦੇ ਉਹਦੇ ਸਮਾਨ ਕਿਸੇ ਦੀ ਹੋਰ ਛਵੀ ਹੈ ਨਹੀਂ ਸੀ। ਤੋਹਰਾ ਤਰਨ ਭਈ ਤਰਨੀ ਜਬੈ। ਜਦੋਂ ਰਾਜੇ ਦੀ ਸੁਪੁੱਤਰੀ ਰਣਖਮ ਕਲਾ ਕਹਿੰਦੇ ਤਰਨੀ ਹੋ ਗਈ, ਜਵਾਨ ਅਵਸਥਾ ਵਿੱਚ ਹੀ ਆ ਗਈ। ਅਦਿਕ ਸੁਖਨ ਕੇ ਸੰਗ। ਤਰ੍ਹਾਂ ਤਰ੍ਹਾਂ ਦੇ ਸੁਖਾਂ ਦੇ ਨਾਲ ਪਲਦੀ ਪੋਸਦੀ ਹੋਈ। ਲੜਕਾ ਪਨ ਮਿਟ ਜਾਤ ਭਇਓ। ਜਿਹੜਾ ਬਚਪਨ ਹੈ ਉਹ ਕਹਿੰਦੇ ਵੱਡੀ ਹੋਰ ਕਰਕੇ ਮਿਟ ਗਿਆ, ਚਲਿਆ ਗਿਆ। ਧੁੰਦਬ ਦਿਓ ਅਨੰਗ। ਜਦੋਂ ਨੌਜਵਾਨ ਅਵਸਥਾ ਦੀ ਆਈ ਹੈ हमने कहते धौसा नगारा खड़का रहे यानी जाग आया है। चौपई चार भ्रात ताके बलवाना। ये जेडी सपुत्री सी ना रणखम कला राजे दी, ओदे चार भरा होर भी सन, कहते वो बड़े बल वाले सन। सूरबीर सब शस्त्र निधाना। सारे भरा सूरबीर सी, सारे शास्त्रां दे वो कहते खजाना सी, सब तरह के शास्त्र उन्होंने चलाने आउंदे सन। तेजवान दुतमान अतुल बल। चारे भरा जेडे है ना लड़की दे स्त्री भैन दे तेजवान तेज प्रतापवान सी, बड़ी दुती वाले शोभा वाले सन्मान वाले सी, अतुल बल वाले सन। अर अनेक जीते जेह दल मल। जिन्ना है राजे दे पुत्रा ने अनेकों जेडे बैरी है जित के दल मर दिते सन। सार दूल तुझ नाहर तुझ भन। राजे दे जेडे चार पुत्र उन्हां दे नां किहड़े किहड़े सी, कहंदे एक दा नां सी सारदूल तुझ, दूजे का नाम सी नाहर तुझ, कहा भन कहा जांदा, कसन कीता जांदा। सिंह केत हर केत महामन। तीजे का नाम सी सिंह केत, ते चौथा महान मन वाला या महान मन श्रोमणी हर कीत करके सी। चारों सूरबीर बलवाना। चारे जेरे राजे दे पुत्र चारे भरा है ना विची बड़े सूरबीर ते बलवान हन, ताकतवर है। मानत सतर सकल जेह आना। जिन्ना ये चौहा भरावां दी सारे जेड़े बैरी है दुश्मन ईन कनौड़ मंदे सन। चारों कोर पढ़न के काजा। चारे जेड़े राजे दे कोर है पुत्र है, कहंदे पढ़न दे वास्ते। तिज एक बोल पठायो राजा। राजे ने एक ब्राह्मण नूं कहंदे बुलाउण लई भेजिया, उहनूं लियाओ विद्वान नूं सद के मेरे कोल। भाखे आदिक ब्याह करन पड़े जिन। उस ब्राह्मण नूं कहंदे बुलाया है जिसने पाखा आदिक नौ ब्याह करन पाणी दे आदिक पड़े हुए सन। औगाहन सब किए पुराण तिन। जिस ब्राह्मण ने कहंदे जिन्ने पुराण है वो 18 पुराण है, 18 उप पुराण है, ये 36 है, यानी उन्हां दे 2 नंबर ते एक उन्होंने उप पुराण कहंदे, एक पुराण उन्हां पुराणां दा जिहड़ा होर एक अगे ਉਹਦਾ ਖੁਲਾਸਾ विस्तार ਕੀਤਾ ਉਹਨਾਂ ਨੂੰ ਪੁਰਾਣ ਕਹਿ ਦਿੰਦੇ। ਜਿਵੇਂ 4 वेद है 4 ही उपवेद है। कहते सारे उसने जेडे पुराण उन्होंने उगाहन की घोखिया होया सी, चंगी तरह विचारना किया होया सी, एवं बिछड़ी नहीं लग्या सी। अधिक दरब नृप बार तेह दिया। ब्राह्मण नूं बुला के जिहड़ा राजा श्रेष्ठ है उन्हें बड़ा
ਤਕੜਾ ਧਨ ਦੇ ਦਿੱਤਾ ਆਪਣੇ ਕੋਲੋਂ। ਬਿਬਦ ਬਿਦਨ ਕਰ ਆਦਰ ਕੀਆ, ਤਰ੍ਹਾਂ ਤਰ੍ਹਾਂ ਦੇ ਵਿਧਨ ਕੀਏ, ਤਰੀਕਿਆਂ ਢੰਗਾਂ ਨਾਲ ਬ੍ਰਾਹਮਣ ਦਾ ਅਦਬ ਸਤਿਕਾਰ ਵੀ ਕੀਤਾ, ਕਿਉਂਕਿ ਵਿਦਵਾਨ ਸੀ ਉਹ। ਸੁਤਾ ਸਹਿਤ ਸੌਂਪੇ ਸੁਤ ਤੇਹ ਘਰ, ਆ ਸਨਮਾਨ ਕਰਕੇ ਫਿਰ ਬ੍ਰਾਹਮਣ ਦੇ ਕੋਲ ਉਹਦੇ ਘਰ ਦੇ ਵਿੱਚ ਜਿਹੜੇ ਆਪਣੀ ਲੜਕੀ ਹੈ, ਸੁਪੁੱਤਰੀ ਹੈ, ਤੇ ਜੇ ਬਾਕੀ ਰਾਜੇ ਦੇ 4 ਪੁੱਤਰ ਹੈ, ਇਹ 5 ਨੂੰ ਇਹ ਬ੍ਰਾਹਮਣ ਦੇ ਸਪੁਰਦ ਕਰ ਦਿੱਤਾ ਹੈ। ਕਛ ਵਿਦਿਆ ਦਿਜ ਦੇਹੁ ਕਿਰਪਾ ਕਰ, ਰਾਜੇ ਨੇ ਕਿਹਾ ਹੈ ਬ੍ਰਾਹਮਣ ਵਿਦਵਾਨ ਜੀ, ਕਿਰਪਾ ਕਰਕੇ ਇਹ ਮੇਰੇ 4 ਸੁਪੁੱਤਰ, ਇੱਕ ਮੇਰੀ ਧੀ ਨੂੰ ਤੁਸੀਂ ਇਹ ਵਿਦਿਆ ਦੇ ਦਿਓ, ਯਾਨੀ ਵਿਦਿਆ ਪੜ੍ਹਾ ਦਿਓ। ਜਬ ਤੇ ਤੇਹ ਪੜ੍ਹਬੇ ਕਹਿ ਆਵੇ, ਹਾਂ, ਜਦੋਂ ਕਦੇ ਉਹ 5 ਹੀ ਇਹ ਬ੍ਰਾਹਮਣ ਦੇ ਕੋਲ ਪੜ੍ਹਨ ਵਾਸਤੇ ਆ ਜਾਂਦੇ ਹਨ, ਆਪਨੋ ਬਿਪ ਕਹਿ ਸੀਸ ਝੁਕਾਵੇ। ਬ੍ਰਾਹਮਣ ਨੂੰ ਆਪਣਾ ਵਿਦਿਆ ਦਾਤਾ ਜਾਣ ਕਰਕੇ 5 ਦੇ 5 ਆ ਕੇ ਸਿਰ ਝੁਕਾਉਂਦੇ ਆ, ਮੱਥਾ ਟੇਕਦੇ ਹਨ। ਜੋ ਸਿੱਖਿਆ ਦਿਜ ਦੇਤ ਸੋ ਲੇਹੀ, ਜਿਹੜੀ ਇਹ ਵਿਦਿਆ ਰਾਹੀਂ ਇਹ ਬ੍ਰਾਹਮਣ ਸਿੱਖਿਆ ਦਿੰਦੇ ਆ, ਸੰਥਿਆ ਦਿੰਦਾ, ਉਹ ਲੈ ਲੈਂਦੇ ਹਨ, ਸਿੱਖ ਲੈਂਦੇ ਹਨ। ਮਿਤ ਦਰਬ ਪੰਡਤ ਕਹਿ ਦੇਹੀ, ਇਸ ਇਹਦੇ ਵਿੱਚ ਵਿਦਵਾਨ ਨੂੰ ਬ੍ਰਾਹਮਣ ਨੂੰ ਮਿਹਨਤੀ ਬੇਹਿਸਾਬੀ ਮਾਇਆ ਵੀ ਦੇ ਦਿੰਦੇ, ਕਿਉਂਕਿ ਰਾਜੇ ਦੇ ਪੁੱਤਰ ਹੈ। ਇੱਕ ਦਿਨ ਕੋਰ ਅਗਮਨੈ ਗਈ, ਇੱਕ ਦਿਨ ਦੀ ਗੱਲ ਹੈ, ਆਪਣੇ 4 ਭਰਾਵਾਂ ਤੋਂ ਜਿਹੜੀ ਇਹ ਰਾਜੇ ਦੀ ਲੜਕੀ ਨਾ ਪਹਿਲਾਂ ਇਹ ਬ੍ਰਾਹਮਣ ਕੋਲ ਚਲੀ ਗਈ। ਦਿਜ ਕਹਿ ਸੀਸ ਝੁਕਾਵਤ ਭਈ, ਜਾ ਕੇ ਸਭ ਤੋਂ ਪਹਿਲਾਂ ਜ਼ਿਆਦਾ ਅਨੁਸਾਰ ਬ੍ਰਾਹਮਣ ਨੂੰ ਵਿਦਵਾਨ ਨੂੰ ਸਿਰ ਝੁਕਾਇਆ, ਮੱਥਾ ਟੇਕਿਆ। ਸਾਲ ਗ੍ਰਾਮ ਪੂਜਤ ਥਾ ਦਿਜ ਬਰ, ਜਦੋਂ ਸਿਰ ਮੱਥਾ ਟੇਕ ਕੇ ਦੇਖਿਆ ਤੇ ਬ੍ਰਾਹਮਣ ਸਾਲਗ੍ਰਾਮ ਦੀ ਪੂਜਾ ਕਰਦਾ, ਠਾਕਰਾਂ ਦੀ ਮੂਰਤੀ ਦੀ ਪੂਜਾ ਕਰੀ ਜਾ ਰਿਹਾ ਸੀ। ਭਾਂਤ ਭਾਂਤ ਤਹਿ ਸੀਸ ਨਿਆਏ ਕਰ, ਤਰ੍ਹਾਂ ਤਰ੍ਹਾਂ ਦੇ ਨਾਲ ਉਸ ਠਾਕਰਾਂ ਦੀ ਮੂਰਤੀ ਨੂੰ ਨਮਸਕਾਰ ਕਰ ਰਿਹਾ, ਕਦੇ ਅਸ਼ਟਾਂਗਵਾਤ ਹੋ ਕੇ ਇਸ ਤਰ੍ਹਾਂ ਸਿੱਧੇ ਪੈ ਕੇ ਤਾਕੋ ਨਿਰਖ ਕੁਰ ਮੁਸਕਾਨੀ, ਬ੍ਰਾਹਮਣ ਨੂੰ ਪੱਥਰ ਦੀ ਮੂਰਤੀ ਜੀ ਸਾਲਗ੍ਰਾਮ ਨੂੰ ਮੱਥਾ ਟੇਕਦਿਆਂ ਦੇਖਦਿਆਂ ਇਹ ਰਾਜੇ ਦੀ ਪੁੱਤਰੀ ਕਹਿੰਦੇ ਥੋੜਾ ਥੋੜਾ ਹੱਸਦੀ ਹੈ। ਸੋ ਪ੍ਰਤਮਾ ਪਾਹਨ ਪਹਿਚਾਨੀ, ਕਿਉਂਕਿ ਰਾਜੇ ਦੀ ਲੜਕੀ ਨੇ ਉਹ ਜਿਹਨੂੰ ਮੱਥਾ ਟੇਕ ਰਿਹਾ ਬਾਰ ਬਾਰ, ਉਹਨੂੰ ਇੱਕ ਪੱਥਰ ਪਛਾਣਿਆ ਵੀ ਪੱਥਰ ਦੀ ਮੂਰਤੀ ਹੈ। ਤਾਹੇ ਕਹਾ ਪੂਜਤ ਕਹੇ ਨਮਿਤ ਹੈ, ਫਿਰ ਉਹ ਬ੍ਰਾਹਮਣ ਨੂੰ ਲੜਕੀ ਨੇ ਕਹਿ ਦਿੱਤਾ ਵੀ ਕਿਸ ਵਾਸਤੇ, ਕਿਸ ਕਾਰਨ ਕਰਕੇ ਪੱਥਰ ਦੀ ਮੂਰਤੀ ਨੂੰ ਮੱਥਾ ਟੇਕੀ ਜਾਣਾ, ਪੂਜੀ ਜਾਣਾ ਹੈ। ਸਿਰ ਨਾਵਤ ਕਹਿ ਜੋਰ ਕਾਜ ਜਿਹੇ, ਕਹਿੰਦੇ ਜਿਸ ਕੰਮ ਵਾਸਤੇ ਤੂੰ ਮੈਨੂੰ ਸਿਰ ਜਾ ਨਵਾਉਣਾ ਹੱਥ ਜੋੜ ਜੋੜ ਕੇ, वे किस वास्ते तू ऐसा कुछ करता है मेरे विद्या दाता। दुज बाच साल ग्राम ठाकुर ए बाला, सवेरे ब्राह्मण बोलिया, दिजबाज ब्राह्मण ने कहा हे बाला, हे लड़की, हे राजे दी थी, ये जेरे साल ग्राम ठाकर जी है, जाएंगे भगवान हाना पूजत जिन्नै बड़े नर पाला। ये मैं नहीं है जिस ठाकुर भगवान दी मूर्ति ने बड़े बड़े राजे भी पूजते तै अज्ञान एह कहा पछानै, तू भी बेसमझ है, तू कहदे की पछाण दी की जान दी समझदी है। परमेश्वर कह पाहन जानै, जेड़े भगवान परमेश्वर हन उन्हां नूं तू पत्थरी जानी जानी है, पत्थर दी मूर्ति कही जानी है। राज सुता बाच सवैया ताहे पछानत है न महाजड़। हाँ, फिर राजे की लड़की हुण विद्वान बनी पई सी, उन्हें राजे की पुत्री ने फिर ब्राह्मण नूं कहा, कहंदे तू कदे जड़ है, सियाणा नहीं है,
ਮੂਰਖ ਹੈ। ਕਹਿੰਦੇ ਉਸ ਪਰਮੇਸ਼ਰ ਨੂੰ ਜਿਹੜਾ ਅਸਲੀ ਉਹਨੂੰ ਤਾਂ ਤੂੰ ਪਛਾਣਦਾ ਨਹੀਂ, ਸਮਝਦਾ ਨਹੀਂ। ਜਾਕੋ ਪ੍ਰਤਾਪ ਤਿਹੂ ਪੁਰ ਮਾਹੀ। ਇਸ ਪਰਮੇਸ਼ਰ ਦਾ ਕਹਿੰਦੇ ਤੇਜ ਪ੍ਰਤਾਪ ਤਿੰਨਾਂ ਲੋਕਾਂ ਵਿੱਚ ਹੈ। ਪੂਜਤ ਹੈ ਪ੍ਰਭ ਕੈ ਤਿਹ ਕਉ। ਕਹਿੰਦੇ ਉਸ ਪੱਥਰ ਦੀ ਮੂਰਤੀ ਨੂੰ ਪ੍ਰਭੂ ਕਹਿ ਕੇ ਤੂੰ ਪੂਜੀ ਜਾਨਾ ਹੈ। ਜਿਨ ਕੇ ਪਰਸੇ ਪਰ ਲੋਕ ਪਰਾਹੀ। ਜਿਸ ਪੱਥਰ ਦੀ ਮੂਰਤੀ ਨੂੰ ਮੜਾ ਜਾ ਪਰਸਿਆ ਛੋਇਆ ਹੋਇਆ, ਕਹਿੰਦੇ ਪਰਲੋਕ ਤੋਂ ਵੀ ਪਰੇ ਹੋ ਜਾਈਏ, ਪਰਲੋਕ ਵੀ ਤੇ ਦੂਰ ਜਨਾ, ਪਰਲੋਕ ਵਿੱਚ ਜਾਨੀ ਸਵਰਗ ਵਿੱਚ ਨਹੀਂ ਜਾਈਦਾ, ਪਰਲੋਕ ਤੋਂ ਵੀ ਪਰੇ ਦੂਰ ਹੋ ਜਾਈਦਾ, ਨਰਕਾਂ ਵਿੱਚ ਡਿੱਗੀਦਾ ਹੈ। ਪਾਪ ਕਰੋ ਪਰਮਾਰਥ ਕੈ। ਹਾਂ ਕਹਿੰਦੇ ਪਰਮਾਰਥ ਵਾਸਤੇ ਤੂੰ ਕਹਿੰਦੇ ਪੱਥਰ ਪੂਜ ਕੇ ਪਾਪ ਕਰੀ ਜਾਨਾ। ਜਿਹ ਪਾਪਨ ਤੇ ਅਤ ਪਾਪ ਡਰਾਹੀ। ਜਿਨ੍ਹਾਂ ਪਾਪਾਂ ਤੋਂ ਬੜੇ ਬੜੇ ਪਾਪ ਵੀ ਡਰਦੇ। ਭਾਵ ਜਿਹੜੀ ਪੱਥਰ ਦੀ ਪੂਜਾ ਕਰਨੀ ਹੈ ਸਭ ਤੋਂ ਵੱਡਾ ਮਹਾ ਪਾਪ ਹੈ। ਪਰਮੇਸ਼ਰ ਨੂੰ ਪੱਥਰ ਸਮਝ ਕੇ ਮੱਥੇ ਟੇਕਣੇ ਇਹਨੂੰ ਵੱਡਾ ਹੋਰ ਵੱਜਰ ਪਾਪ ਕਿਹੜਾ ਹੋਣਾ। ਮੇਰਾ ਬਗਤੇ ਪੱਥਰ ਹੈ। ਇਸੇ ਕਰਕੇ ਉਹ जो पात्र को कहते दे ताकि व्यर्था हो, वैसे जो पात्र की पाई पाए तिसकी काल अजाई जाए। वीर पाहन परमेश्वर किया पूजा सब संसार, इस प्रवासे जो रहे बूढ़े काली धार। जहाँ ठाकर पूजा मोहल्ले मन हर तीर्थ जाए, देखा देखी स्वांग तर भूले पटका खाए। भगतां ने भी अपनी बाणी राही किया है निर्जीव पूजा। ਇਹ ਵੀ ਜਿਹਦੇ ਵਿੱਚ ਕੋਈ ਜਿੰਦ ਜਾਨ ਹੈ ਨਹੀਂ, ਨਾ ਪਾਥਰ ਬੋਲੇ ਨਾ ਕਿਛ ਦੇ, ਫੋਕਰ ਕਰਮ ਨੇ ਫਲ ਹੈ ਸੇ। ਉਸ ਸੰਸਾਰ ਰਾਜੇ ਦੀ ਲੜਕੀ ਨੂੰ ਵਿਦਵਾਨ ਆ, ਉਹ ਸੁਨਾਰੀਆਂ ਖਰੀਆਂ ਇਹਨੂੰ ਕਹਿੰਦੇ ਪਾਪ ਕਰੋ ਪਰਮਾਰਥ ਕਹੇ। ਕਹਿੰਦੇ ਜੇ ਉਹ ਪਰਮ ਪਰਮਾਰਥ ਦੀ ਪ੍ਰਾਪਤੀ ਵਾਸਤੇ ਤੂੰ ਇਹ ਪਾਪ ਕਰ ਰਿਹਾ, ਪੱਥਰ ਦੀ ਪੂਜਾ ਕਰ ਕਰਕੇ, ਇਹ ਤਾਂ ਬੜੇ ਪਾਪ ਵੀ ਡਰਦੇ ਹੈ। ਜਾਂ ਪਾਪ ਕਰੋ ਪਰਮਾਰਥ ਕਹੇ। ਪਰਮਾਰਥ ਦੀ ਪ੍ਰਾਪਤੀ ਕਰਕੇ ਤੂੰ ਇਹਦੇ ਪਾ ਕੇ ਚਰਨ ਫੜਦਾ ਹੈ। ਇਸ ਜਿਹੜੇ ਚਰਨ ਫੜਨੇ ਤਾਂ ਬਹੁਤ ਵੱਡਾ ਪਾਪ ਕਰ ਰਹੇ, ਤਾਂ ਵੱਡੇ ਪਾਪ ਵੀ ਲੜਦੇ ਹੈ। ਜਾਂ ਪਾਪ ਕਰੋ ਪਰਮਾਰਥ ਕਹੋ, ਜਿਹੜਾ ਪਰਮਾਰਥ ਨੂੰ ਪਰਮੇਸ਼ਰ ਉਹਦੇ ਚਰਨ ਫੜ, ਇਹਦੇ ਚਰਨ ਫੜ ਕੇ ਜਿਹੜੇ ਆ ਪਾਪਾਂ ਤੋਂ ਵੱਡੇ ਪਾਪ ਵੀ ਡਰਦੇ ਹੈ। ਆਹ ਜਿੱਥੇ ਪਰਮੇਸ਼ਰ ਦੇ ਚਰਨ ਤੋਂ ਫੜ ਲੇਗਾ ਪਰਮੇਸ਼ਰ ਆ ਜਾਓ, ਉੱਥੋਂ ਵੱਡੇ ਪਾਪ ਵੀ ਡਰਦੇ ਆ, ਭੱਜ ਜਾਂਦੇ, ਕੋਈ ਨਹੀਂ ਰਹਿੰਦਾ ਹੈ। ਮੁੱਖ ਪਾਠ ਪਾਪ ਕਰੋ ਪਰਮੇਸ਼ਰ ਕਹੀ ਹੈ, ਪਰਮਾਰਥ ਕਹੀ ਹੈ, ਦੂਜਾ ਹੈ ਪਾਪ ਕਰੋ ਹੈ। ਪਾਏ ਪਰੋ ਪਰਮੇਸ਼ਵਰ ਕੇ ਪਾਸ। ਇਸ ਕਰਕੇ ਹੈ ਪਸ਼ੂ ਬੁੱਧੀ ਵਾਲੇ ਮੂਰਖੋ, ਪਰਮੇਸ਼ਰ ਦੇ ਚਰਨੀ ਪੈ ਤੂੰ। ਪਾਹਨ ਮੈਂ ਪਰਮੇਸ਼ਵਰ ਨਾਹੀ। ਆ ਜਿਹੜੀ ਪੱਥਰ ਦੀ ਮੂਰਤੀ ਨੂੰ ਰੱਖੀ ਬੈਠਾ ਇੱਥੇ ਮੱਥੇ ਜੇ ਰਗੜੀ ਜਾਣਾ, ਇਹਦੇ ਵਿੱਚ ਪਰਮੇਸ਼ਰ ਹੈ ਨਹੀਂ ਹੈ, ਇਹ ਤਾਂ ਨਿਰੇ ਖੁਸ਼ਕ ਪੱਥਰ ਹੈ। ਵਿਜੈ ਛੰਦ ਜੀਵਨ ਮੈਂ ਜਲ ਮੈਂ ਥਲ ਮੈਂ। ਉਹ ਜਿਹੜਾ ਅਸਲੀ ਪਰਮੇਸ਼ਰ ਹੈ ਉਹ ਤਾਂ ਸਾਰਿਆਂ ਜੀਵਾਂ ਵਿੱਚ ਬਿਰਾਜਮਾਨ ਹੈ, ਸਾਰੇ ਜਲਾਂ ਵਿੱਚ ਹੈ, ਸਾਰੇ ਥਲਾਂ ਵਿੱਚ ਹੈ। ਸਭ ਰੂਪਨ ਮੈਂ ਸਭ ਭੂਪਨ ਮਾਹੀ। ਜਿੰਨੇ ਆਕਾਰ ਹੈ ਕੀੜੀ ਤੋਂ ਲੈ ਕੇ ਹਾਥੀ ਪਰਜੰਦ ਸਾਰੇ ਆਕਾਰਾਂ ਵਿੱਚ ਹੈ, ਸਾਰੇ ਰਾਜਿਆਂ ਮਹਾਰਾਜਿਆਂ ਵਿੱਚ ਹੈ। ਉਹ ਸੂਰਜ ਮੈਂ ਸੱਸ ਮੈਂ ਨਭ ਮੈਂ। ਇਹ ਮੇਰੇ ਵਿਦੇ ਦਾਤਾ ਪੰਡਤਾ, ਉਹ ਤਾਂ ਸੂਰਜ ਵਿੱਚ ਵੀ ਬਿਰਾਜਮਾਨ ਹੈ, ਚੰਦਰਮਾ ਵਿੱਚ ਵੀ ਹੈ, ਆਕਾਸ਼ ਵਿੱਚ ਵੀ ਹੈ। ਜਹ ਹੇਰੋ ਤਹਾ ਚਿਤ ਲਾਏ ਤਹਾਹੀ। ਚਿਤ ਲਾ ਕੇ ਜਿੱਧਰ ਵੇਖੀਏ ਕਹਿੰਦੇ ਉੱਥੇ ਹੀ ਅਸਲੀ ਪਰਮੇਸ਼ਰ ਬਿਰਾਜਮਾਨ ਹੈ।
ਹੈ ਉੱਥੇ ਉਹ ਰਮਿਆ ਹੋਇਆ ਹੈ। ਪਾਵਕ ਮੈਂ ਅਰ ਪੌਨ ਹੂੰ ਮੈਂ। ਆ ਜਿਹੜੀ ਅਗਨੀ ਹੈ ਉਹਦੇ ਵਿੱਚ ਵੀ ਆ ਉਹ ਪਰਮੇਸ਼ਰ ਸਵਾਏ ਮਾਨ, ਇਸੇ ਕਰਕੇ ਪ੍ਰਕਾਸ਼ ਕਰ ਰਹੀ ਹੈ, ਇਸੇ ਕਰਕੇ ਦਗਦ ਕਰ ਰਹੀ ਹੈ। ਜਿਹੜੀ ਹਵਾ ਉਹਦੇ ਵਿੱਚ ਵੀ ਹੈ ਉਹ ਪਰਮੇਸ਼ਰ। ਪ੍ਰਿਥੀ ਤਲ ਮੈਂ ਸੋ ਕਹਾ ਨਹਿ ਜਾਹੀ। ਕਹਿੰਦੇ ਧਰਤੀ ਦਾ ਤਲਾ ਐਸਾ ਕਿਹੜਾ ਜਿੱਥੇ ਉਹ ਹੈ ਨਹੀਂ ਹੈ। ਸਾਰੀਆਂ ਧਰਤੀਆਂ ਆਕਾਸ਼ਾਂ ਜਲਾ ਤਲਾ ਵਿੱਚ ਉਹ ਪਰਮੇਸ਼ਰ ਹੈ ਵਿਆਪਕ। ਵਿਆਪਕ ਹੈ ਸਭ ਹੀ ਕੇ ਬਿਖੈ। ਇਹ ਬਣਦਾ ਉਹ ਜਿਹੜਾ ਪਰਮੇਸ਼ਰ ਹੈ ਨਾ ਅਸਲੀ, ਉਹ ਤਾਂ ਸਾਰਿਆਂ ਦੇ ਵਿੱਚ ਵਿਆਪਕ ਹੈ, ਸਾਰਿਆਂ ਵਿੱਚ ਮਿਲਿਆ ਹੋਇਆ ਹੈ। ਕਛ ਪਾਹਨ ਮੈਂ ਪਰਮੇਸ਼ਵਰ ਨਾਹੀ। ਜਿਹੜਾ ਤੇਰਾ ਪੱਥਰ ਹੈ ਜਿਹਨੂੰ ਤੂੰ ਮੱਥੇ ਮੁੱਠੀ ਟੀਕੇ, ਇਹਦੇ ਵਿੱਚ ਤਾਂ ਪਰਮੇਸ਼ਰ ਹੈ ਨਹੀਂ ਹੈ। ਇਹਦਾ ਜੇ ਮਾੜਾ ਜਿਹਾ ਕੋਈ ਚੋਟ ਮਾਰੀਏ ਵਿੱਚੋਂ ਅੱਗ ਨਿਕਲਦੀ ਹੈ। ਕਾਗਦ ਦੀਪ ਸਭੈ ਕਰਕੇ। ਜਿਹੜਾ ਅਸਲੀ ਪਰਮੇਸ਼ਰ ਹੈ ਉਹਦੀ ਪੂਜਾ ਕਰਨੀ ਚਾਹੀਏ, ਉਹਦੇ ਅੱਗੇ ਮੱਥਾ ਟੇਕਣਾ ਚਾਹੀਏ। ਉਹ ਮਹਾਨ ਹੈ, ਉਹਦਾ ਅੰਤ ਨਹੀਂ ਪਾਇਆ ਜਾਂਦਾ ਹੈ। ਕਹਿੰਦੇ ਸਾਰੇ ਜਿੰਨੇ ਕਾਗਜ਼ ਹੈ ਨਾ ਦੀਪਾਂ ਦੇ, ਜਾਏ 7 ਦੀਪਾਂ ਨੂੰ ਕਾਗਜ਼ ਬਣਾ ਲੈਣਾ ਕਰੀਏ। ਔਰ 7 ਸਮੁੰਦਰਨ ਕੀ ਮਸ ਕਹਿ ਹੈ ਜਿਹੜੇ 7 ਸਮੁੰਦਰ ਹੈ ਇਹਨਾਂ ਨੂੰ, ਇਹਨਾਂ ਦੇ ਪਾਣੀ ਨੂੰ ਇਕੱਠਾ ਕਰਕੇ ਸ਼ਾਹੀ ਬਣਾ ਲੈਣਾ ਕਰੀਏ। ਕਾਟ ਬਨਾਸਪਤੀ ਸਿਗਰੀ। ਜਿਹੜੀ 18 ਭਾਰ ਬਨਾਸਪਤੀ ਦਰਖਤ ਹੈ ਇਹਦੀ ਲੱਕੜ ਨੂੰ ਸਾਰੀ ਨੂੰ ਕੱਟ ਕਰਕੇ ਲਿਖ ਬੇਹੂ ਕੋ ਲੇਖਨ ਕਾਜ ਬਨਈਐ। ਪਰਮੇਸ਼ਰ ਦੀ ਸਿਫਤ ਸਲਾਘਾ ਲਿਖਣ ਵਾਸਤੇ ਕਹਿੰਦੇ ਲੇਖਨ ਬਣਾਈਏ, ਕਲਮਾ ਬਣਾ ਲਈਏ। ਸਾਰੀ ਬਨਾਸਪਤੀ ਦੇ ਦਰਖਤਾਂ ਦੀ ਲੱਕੜ ਕੱਟ ਕੇ ਉਹਦੀਆਂ ਕਲਮਾ ਬਣਾ ਲਈਏ। ਸਾਰਸਵਤੀ ਭਗਤਾ ਕਰਕੇ। ਜਿਹੜੀ ਸਰਸਤੀ ਦੇਵੀ ਹੈ ਉਹਨੂੰ ਕਹਿੰਦੇ ਭਗਤਾ ਕਥਨ ਕਰਨ ਵਾਲੀ ਕਰਕੇ, ਬੋਲਣ ਵਾਲੀ ਬਣਾ ਕਰਕੇ। ਸਭ ਜੀਵਨ ਮੈਂ ਜੁਗ 60 ਲਿਖਈਐ। ਬ੍ਰਾਹਮਣ ਜਿੰਨੇ ਸਾਰੇ ਜੀਵ ਹੈ ਸੰਸਾਰ ਦੇ, ਉਹਨਾਂ ਦੇ ਹੱਥਾਂ ਵਿੱਚ ਇਹ ਕਲਮਾ ਫੜਾ ਕੇ ਸ਼ਾਹੀ ਲੈ ਕੇ 60 ਜੁਗਾਂ ਤੱਕ ਕਹਿੰਦੇ ਪਰਮੇਸ਼ਰ ਦੇ ਸੰਬੰਧ ਵਿੱਚ ਲਿਖੀ ਲਿਖਾਈ ਜਾਈਏ। ਜੋ ਪ੍ਰਭ ਪਾਇਤ ਹੈ ਨਹਿ ਕੈਸੇ ਹੂ। ਕਹਿੰਦੇ ਫਿਰ ਵੀ ਉਹ ਪਰਮੇਸ਼ਰ ਦਾ ਕਿਵੇਂ ਵੀ ਅੰਤ ਨਹੀਂ ਪਾਇਆ ਜਾਂਦਾ। ਸੋ ਜੜ ਪਾਹਨ ਮੈਂ ਠਹਿਰਈਐ। ਕਹਿੰਦੇ ਮੂਰਖਾ ਤੂੰ ਕਹਿੰਦੇ ਪੱਥਰ ਵਿੱਚ ਟਿਕਾਈ ਬੈਠਾ ਨੂੰ ਪੱਥਰ ਸਮਝੀ ਜਾਂਦਾ ਹੈ। ਉਹ ਤਾਂ ਐਡਾ ਮਹਾਨ ਹੈ, ਉਹਦਾ ਸਿਲਸਿਲਾ ਗਾ ਤੇ ਉਹਦਾ ਅੰਤ ਕਿਹਾ ਨਹੀਂ ਜਾ ਸਕਦਾ ਹੈ। ਚੌਪਈ ਏ ਜਨ ਭੇਵਨ ਹਰ ਕੋ ਪਾਵੈ। ਫਿਰ ਜਾਨੀ ਸਿੱਧਾ ਨਹੀਂ ਉਹਨੂੰ ਕਹਿੰਦੀ ਇਹ ਜਿਹੜੇ ਦੁਨੀਆ ਦੇ ਪੁਰਸ਼ ਹੈ ਨਾ, ਜਿਹੜੀ ਭਿਅੰਕਰ ਕਹਿੰਦੇ ਜਿੰਨੇ ਮੂਰਖ ਜੇ ਪਰਮੇਸ਼ਰ ਅਸਲੀ ਦਾ ਭੇਦ ਪਾਉਂਦੇ ਹੀ ਨਹੀਂ ਹੈ। ਪਾਹਨ ਮੈਂ ਹਰ ਕੋ ਠਹਿਰਾਵੈ। ਜਿਹੜਾ ਨਿਰੇ ਪੱਥਰ ਦੀ ਮੂਰਤੀ ਹੈ ਉਹਨੂੰ ਕਹਿੰਦੇ ਪਰਮੇਸ਼ਰ ਨੀਅਤ ਕਰੀ ਜਾਂਦੇ, ਪਰਮੇਸ਼ਰ ਮੰਨੀ ਜਾਂਦੇ। ਜਿਹ ਕੇ ਬਿਦ ਲੋਗਨ ਪਰਮਾਹੀ। ਜਿਸ ਕੇ ਢੰਗ ਦੇ ਨਾਲ ਲੋਕਾਂ ਨੂੰ ਵੀ ਕਹਿੰਦੇ ਪਰਮਾਉਂਦੇ ਹੈ, ਭਟਕਾਦੇ ਲੋਕ। ਗ੍ਰਹਿ ਕੋ ਦਰਬ ਲੂਟ ਲੈ ਜਾਹੀ। ਪੱਥਰਾਂ ਦੀ ਪੂਜਾ ਮਗਰ ਲਾ ਕੇ ਕਰਦਾ ਜਿੰਨਾ ਧਨ ਪਦਾਰਥ ਉਹਦਾ ਲੁੱਟ ਫੁੱਟ ਕੇ ਲੈ ਜਾਂਦੇ ਹੈ। ਤੋਹਰਾ ਜਗ ਮੈਂ ਆਪ ਕਹਾਵਈ। ਅੰਜ ਕਹਿੰਦੇ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਕਹਿੰਦੇ ਕਹਾਉਂਦੇ ਹੈ। ਪੰਡਤ ਸੁਗਰ ਸੁਚੇਤ। ਅਸੀਂ ਪੰਡਤ ਹਾਂ, ਵਿਦਵਾਨ ਹਾਂ, ਅਸੀਂ ਸੁਗਰ ਸੁਜਾਨ ਹੈ, ਬੜੇ ਅਸੀਂ ਸੁਚੇਤ ਹੈ, ਸਤਰਕ ਹਾਂ। ਪਾਹਨ ਕੀ ਪੂਜਾ ਕਰੇ। ਉਂਝ ਕਹਿੰਦੇ ਸਾਰੇ ਜਿਹੜੇ ਵਿਦਵਾਨ ਕਹਾਉਂਦੇ ਸੁਗਰ ਸੁਚੇਤ ਕਹਾਉਂਦੇ ਪੱਥਰਾਂ ਦੀ ਪੂਜਾ ਕਰਦੇ। ਯਾ ਤੇ ਲਗਤ ਅਚੇਤ। ਇਸ ਕਰਕੇ ਮੈਨੂੰ ਤਾਂ ਲੱਗਦਾ ਵੀ ਸਾਰੇ ਅਚੇਤ ਬੇਸਮਝ ਹੀ ਹੈ, ਇਹਨਾਂ ਨੂੰ ਕੋਈ ਅਕਲ ਮੌਤ ਹੈ ਹੀ ਨਹੀਂ ਹੈ। ਚੌਪਈ ਚਿਤ ਭੀਤਰ ਆਸਾ ਧਨ ਧਾਰੈ। ਜਿਹੜੇ ਪੱਥਰ ਪੂਜੇ ਕਹਿੰਦਾ ਲੋਕ ਕਹਿੰਦੇ ਚਿਤ ਵਿੱਚ ਤਾਂ ਧਨ ਦੀ ਆਸਾ ਰੱਖਦੇ ਹੈ। ਸਿਵ 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 ਮੁਖ ਤੇ ਉਚਾਰੈ। ਲੋਕਾਂ ਨੂੰ ਦਿਖਾਉਣ ਵਾਸਤੇ ਸੁਣਾਉਣ ਵਾਸਤੇ ਮੁਖੋਂ ਸ਼ਿਵ ਸ਼ਿਵ
ਕਲਿਆਣ ਸਰੂਪ ਸ਼ਿਵ ਸ਼ੰਭੂ, ਇਸ ਤਰ੍ਹਾਂ ਦੇ ਕਹਿੰਦੇ ਹਨ। ਅਦਕ ਡਿੰਬ ਕਰ ਜਗ ਹੈ ਦਿਖਾਵੇ, ਸੰਸਾਰ ਦੇ ਲੋਕਾਂ ਨੂੰ ਬੜਾ ਪਖੰਡ ਜਾ ਕਰ ਕਰੇ ਦਿਖਾਉਂਦੇ ਆ ਮਾਇਆ ਪਿੱਛੇ। ਦੁਆਰ ਦੁਆਰ ਮੰਗਤ ਨ ਲਜਾਵੇ, ਦਰਵਾਜੇ ਦਰਵਾਜੇ ਤੇ ਜਾ ਕੇ ਮੰਗਦੇ ਫਿਰਦੇ ਮਾਇਆ ਕਰੇ, ਇਹਨਾਂ ਨੂੰ ਸ਼ਰਮ ਹੀ ਨਹੀਂ ਆਉਂਦੀ ਹੈ। ਅੜਿਲ ਨਾਕ ਮੂੰਦ ਕਰ ਚਾਰ ਘਰੀ ਠਾਡੇ ਹੋਰ ਕੀ ਰਹੇ, ਬਣ ਕਹਿੰਦੇ ਆ ਕਿਸੇ ਦੇ ਘਰ ਦੇ ਅੱਗੇ ਜਾ ਕੇ ਨਾ 4 ਘੜੀਆਂ ਤੱਕ ਨੱਕ ਜਾ ਬੰਦ ਕਰਕੇ ਖੜੇ ਰਹਿੰਦੇ ਆ। शिव 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 हुए एक चरण स्थित कहे, ਇੱਕ ਪੈਰ ਦੇ ਭਾਗੇ ਸਥਿਤ ਹੋ ਕੇ ਸ਼ਿਵ 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 ਉਹੀ ਕਹੀ ਜਾਂਦੇ ਆ। जो को पैसा एक देत कर आए कहे, ਜਿਹੜਾ ਕਹਿੰਦੇ ਇੱਕ ਪੈਸਾ ਵੀ ਆ ਕਰਕੇ ਇਹਨਾਂ ਦੇ ਹੱਥ ਵਿੱਚ ਦੇ ਦਿੰਦਾ ਹੈ। हो दांतन लेत उठाए शिव है बिसराए कहे। ਘਣੇ ਬੜੇ ਦੰਦ ਜੇ ਕੱਢ ਕੇ ਜਾਣੀ ਹੈ।